ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਵਿੱਚੋਂ ਲੈ ਕੇ ਮੈਂ ਹਾਜ਼ਰ ਹਾਂ। ਸੋ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀ ਦੁਨੀਆ ਦੇ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਅੱਜ ਦੇ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੁੱਚੇ ਜੀਵਨ ਦੇ ਉੱਤੇ। ਅਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਪਹੁੰਚੇ ਨੇ, ਜਿਹੜੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਉਣਗੇ। ਸੋ ਉਹ ਨੇ ਪ੍ਰੋਫੈਸਰ ਰਵਿੰਦਰ ਸਿੰਘ ਜੀ। ਸੋ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਨਮ ਅਤੇ ਮਾਤਾ ਪਿਤਾ ਦੇ ਸੰਬੰਧ ਦੇ ਵਿੱਚ ਆਪ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਮੈਂ ਪੰਚਮ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਅਸੀਂ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਪੰਜਮ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ। ਉਹਨਾਂ ਦਾ ਜਨਮ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਅਪ੍ਰੈਲ 1563 ਈਸਵੀ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ ਹੁੰਦਾ ਹੈ ਜੀ, ਔਰ ਉਸ ਜਨਮ ਦੇ ਸਮੇਂ ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਉੱਤੇ ਤੀਜੇ ਵਾਰਸ ਨੇ ਜੀ। ਔਰ ਉਹ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਪਏ ਨੇ ਜੀ। ਔਰ ਉਹ ਤੀਜੀ ਜੋਤ ਨੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀ। ਔਰ ਜਦੋਂ ਇਹਨਾਂ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜੀ ਜੀ ਹੁੰਦਾ। ਪ੍ਰੋਫੈਸਰ ਸਾਹਿਬ, ਇਸ ਤੋਂ ਬਾਅਦ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਪਨ ਜਿਹੜਾ ਆ ਉਹ ਕਿਵੇਂ ਬੀਤਦਾ ਆ, ਅਤੇ ਕੋਈ ਬਚਪਨ ਦੇ ਵਿੱਚ ਅਜਿਹੀ ਘਟਨਾ ਜਿਸ ਦਾ ਆਪ ਜੀ ਜ਼ਿਕਰ ਕਰਨਾ ਚਾਹੋ। ਜੀ ਜੀ ਹਾਂਜੀ, ਵੇਖੋ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ ਮਹਾਰਾਜ ਜੀ ਉਹਨਾਂ ਦੇ ਨਾਨਾ ਜੀ ਨੇ ਜੀ। ਬਚਪਨ ਤੋਂ ਹੀ ਉਹਨਾਂ ਨੂੰ ਗੁੜਤੀ ਹੈ ਜਿਹੜੀ ਉਹ ਗੁਰਸਿੱਖੀ ਦੀ ਗੁੜਤੀ ਮਿਲੀ ਹੈ ਜੀ। ਔਰ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਉਹ ਵੀ ਬੜੀ ਚੜ੍ਹਦੀ ਕਲਾ ਵਾਲੇ ਇੱਕ ਆਨੰਦ ਸੇਵਕ ਦੇ ਤੌਰ ਦੇ ਉੱਤੇ ਗੋਇੰਦਵਾਲ ਦੀ ਧਰਤੀ ਦੇ ਉੱਤੇ ਸੇਵਾ ਕਰਦੇ ਪਏ ਨੇ ਜੀ। ਅਤੇ ਉਹਨਾਂ ਦੇ ਮਾਤਾ ਬੀਬੀ ਭਾਨੀ ਜੀ ਉਹ ਵੀ ਗੁਰਸਿੱਖੀ ਨੂੰ ਪੂਰੀ ਤਰ੍ਹਾਂ ਦੇ ਨਾਲ ਪ੍ਰਣਾਏ ਹੋਏ ਨੇ। ਕਹਿਣ ਤੋਂ ਭਾਵ ਕਿ ਗੁਰੂ ਅਰਜਨ ਦੇਵ ਜੀ ਦਾ ਬਚਪਨ ਹੈ ਜਿਹੜਾ ਉਹ ਪੂਰੀ ਅਧਿਆਤਮਕ ਮਾਹੌਲ ਦੇ ਵਿੱਚ ਜਿਹੜਾ ਹੈਗਾ ਬੀਤਦਾ ਜੀ। ਔਰ ਹਰ ਬੱਚੇ ਨੂੰ ਜਦੋਂ ਬੱਚਾ ਵਿਹੜੇ ਦੇ ਵਿੱਚ ਤੁਰਨ ਲੱਗਦਾ ਨਾ ਜੀ, ਹਰ ਬੱਚੇ ਨੂੰ ਦੇਖ ਕੇ ਉਹਦੇ ਮਾਤਾ ਪਿਤਾ ਖੁਸ਼ ਹੁੰਦੇ ਨੇ ਜੀ। ਤਾਂ ਇੱਕ ਦਿਨ ਕੀ ਹੋਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਰਿੜ੍ਹਦੇ ਰਿੜ੍ਹਦੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਗੁਰਤਾ ਗੁਰਗੱਦੀ ਹੈ ਜਿਹੜੀ ਉਹਦੇ ਉੱਤੇ ਜਾ ਚੜ੍ਹਦੇ ਨੇ ਜੀ। ਅਤੇ ਬੀਬੀ ਭਾਨੀ ਜੀ ਨੇ ਬੜੇ ਦੌੜ ਕੇ ਉਹਨਾਂ ਨੂੰ ਚੁੱਕਿਆ ਵੀ ਪਿਤਾ ਜੀ ਦੀ ਗੱਦੀ ਦੇ ਉੱਤੇ ਆ ਕੇ ਬੱਚਾ ਬੈਠਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ, ਕਿਉਂਕਿ ਸਤਿਕਾਰਯੋਗ ਸੀਗੇ। ਮਾਤਾ ਬੀਬੀ ਭਾਨੀ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸਨ ਕਿ ਇਹ ਗੱਦੀ ਕੋਈ ਆਮ ਨਹੀਂ ਹੈ ਜੀ ਜੀ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਖੁਸ਼ ਹੋ ਕੇ ਆਪਣੇ ਦੋਤਰੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਚੁੱਕਿਆ ਜੀ, ਔਰ ਗੋਦ ਦੇ ਵਿੱਚ ਲੈ ਕੇ ਪਿਆਰ ਕੀਤਾ। ਔਰ ਬੀਬੀ ਭਾਨੀ ਜੀ ਨੂੰ ਆਖਿਆ ਵੀ ਕੋਈ ਗੱਲ ਨਹੀਂ ਪੁੱਤਰ, ਮੇਰਾ ਦੋਤਰਾ ਇਹਨੂੰ ਆਉਣ ਦੇ। ਅਤੇ ਉਹਨਾਂ ਨੇ ਵਰ ਦਿੱਤਾ ਕਿ ਦੋਹਿਤਾ ਬਾਣੀ ਕਾ ਬੋਹਿਤਾ ਜੀ, ਕਿ ਇਹ ਮੇਰਾ ਦੋਤਰਾ ਜਿਹੜਾ ਕਿ ਕੋਈ ਸਮਾਂ ਆਏਗਾ ਇਹ ਬਾਣੀ ਦਾ ਬੋਹਿਤ ਹੋਏਗਾ। ਬੋਹਿਤ ਤੋਂ ਭਾਵ ਹੈ ਜਹਾਜ਼ ਜੀ। ਸੋ ਇਹ ਗੁਰੂ ਸਾਹਿਬ ਜੀ ਦਾ ਜਿਹੜਾ ਇੱਕ ਆਸ਼ੀਰਵਾਦ ਸੀਗਾ ਉਹ ਕੁਝ ਸਮਾਂ ਪਾ ਕੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਦਿ ਬੀੜ ਦਾ ਸੰਪਾਦਨ ਕਰਦੇ ਨੇ ਉਦੋਂ ਫਿਰ ਇਹ ਵਰ ਜਿਹੜਾ ਹੈਗਾ ਜੀ ਇਹ ਸਹੀ ਸਿੱਧ ਹੁੰਦਾ ਹੈ। ਪ੍ਰੋਫੈਸਰ ਸਾਹਿਬ, ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਜਵਾਈ ਹੋਵੇ ਤਾਂ ਗੁਰੂ ਰਾਮਦਾਸ ਜੀ ਵਰਗਾ, ਅਤੇ ਜੇਕਰ ਪੁੱਤਰ ਹੋਵੇ ਤਾਂ ਗੁਰੂ ਅਰਜਨ ਦੇਵ ਜੀ ਵਰਗਾ। ਇਹ ਕਿਉਂ ਕਿਹਾ ਜਾਂਦਾ ਹੈ, ਕਿਉਂ ਇਹ ਚੀਜ਼ ਦਾ ਜ਼ਿਕਰ ਜਿਹੜਾ? ਹਾਂਜੀ, ਇਹ ਇੱਕ ਬਹੁਤ ਹੀ ਅਹਿਮ ਗੱਲ ਹੈ ਜੀ, ਮਹੱਤਵਪੂਰਨ ਗੱਲ ਹੈ। ਦੇਖੋ ਆਮ ਅਸੀਂ ਸਾਰੇ ਦੁਨਿਆਵੀ ਬੰਦੇ ਹਾਂ, ਸਮਾਜਿਕ ਤੌਰ ਦੇ ਉੱਤੇ ਜਦੋਂ ਇੱਕ ਇਨਸਾਨ ਨੇ ਆਪਣੀ ਧੀ ਵਿਆਹੁਣੀ ਹੁੰਦੀ ਹੈ ਉਹ ਸੋਚਦਾ ਕਿ ਸਾਡਾ ਜਵਾਈ ਹੈ ਜਿਹੜਾ ਇੱਕ ਵਧੀਆ ਇੱਕ ਕਿਸਮ ਦਾ ਇਨਸਾਨ ਹੋਵੇ ਜੀ।
ਤੇ ਇਹ ਆਮ ਤੌਰ ਦੇ ਉੱਤੇ ਇਹ ਧਾਰਨਾ ਇਸ ਕਰਕੇ ਚੱਲੀ ਹੈ ਕਿ ਸਮਾਜਿਕ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਿਹੜੇ ਹੈਗੇ ਨੇ ਉਹ ਗੁਰੂ ਅਮਰਦਾਸ ਜੀ ਦੇ ਜਵਾਈ ਨੇ ਜੀ। ਔਰ ਆਮ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਕਹਿੰਦੇ ਆ ਕਿ ਜਵਾਈ ਤੇ ਕਹਿੰਦੇ ਵੀ ਮਿੱਟੀ ਦਾ ਵੀ ਮਾਣ ਨਹੀਂ ਹੁੰਦਾ, ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿਉਂਕਿ ਸਹੁਰਿਆਂ ਦੇ ਵਿੱਚ ਜਵਾਈ ਆਪਣਾ ਇੱਕ ਅਹਿਮ ਰੁਤਬਾ ਜਿਹਾ ਰੱਖਦਾ ਕਿ ਮੈਂ ਜਵਾਈ ਹਾਂ। ਜੀ ਜੀ। ਪਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ, ਉਹਨਾਂ ਨੇ ਕਦੇ ਆਪਣੇ ਆਪ ਨੂੰ ਜਵਾਈ ਨਹੀਂ ਸਮਝਿਆ ਜੀ ਕਿ ਮੈਂ ਜਵਾਈ ਹਾਂ ਗੁਰੂ ਘਰ ਦਾ। ਤੇ ਉੱਥੇ ਉਹ ਇੱਕ ਨਿਮਾਣੇ ਸੇਵਕ ਦੇ ਤੌਰ ਦੇ ਉੱਤੇ ਰਹਿ ਕੇ ਸੇਵਾ ਕਰਦੇ ਨੇ ਜੀ। ਇਸ ਕਰਕੇ ਉਹਨਾਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਜੇ ਜਵਾਈ ਹੋਵੇ ਤੇ ਗੁਰੂ ਰਾਮਦਾਸ ਜੀ ਵਰਗਾ ਹੋਵੇ, ਤੇ ਜੇ ਪੁੱਤਰ ਹੋਣਾ ਚਾਹੀਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਰਗਾ ਹੋਣਾ ਚਾਹੀਦਾ। ਜਦੋਂ ਅਸੀਂ ਸਿੱਖ ਇਤਿਹਾਸ ਨੂੰ ਵਿਚਾਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ, ਉਹਨਾਂ ਦੇ ਜਦੋਂ ਅਸੀਂ ਜੀਵਨ ਦੇ ਪਿਛੋਕੜ ਤੇ ਝਾਤ ਮਾਰਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਸਪੁੱਤਰ ਹੋਏ ਨੇ ਉਹਨਾਂ ਨੇ ਗੁਰੂ ਸਾਹਿਬਾਨ ਦੀ ਆਗਿਆ ਨਹੀਂ ਮੰਨੀ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਹੋਏ ਨੇ ਬਾਬਾ ਦਾਤੂ ਜੀ ਤੇ ਦਾਸੂ ਜੀ, ਉਹ ਵੀ ਗੁਰਤਾ ਗੁਰਗੱਦੀ ਦੀ ਚਾਹਨਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਿਲਕੁਲ ਪੈਰੋਕਾਰ ਨਹੀਂ ਬਣ ਸਕੇ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜਿਹੜੇ ਸਪੁੱਤਰ ਸੀਗੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਉਹ ਵੀ ਕਿਤੇ ਨਾ ਕਿਤੇ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਐਸੇ ਸਨ ਕਿ ਉਹਨਾਂ ਦੇ ਭਾਵੇਂ ਦੋ ਵੱਡੇ ਭਰਾ ਸਨ, ਬਾਬਾ ਪ੍ਰਿਥੀ ਚੰਦ ਜੀ ਤੇ ਮਹਾਂਦੇਵ ਜੀ, ਹਾਂਜੀ, ਪਰ ਉਹ ਵੀ ਇੰਨੇ ਆਗਿਆਕਾਰ ਨਹੀਂ ਸਨ ਜਿੰਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਨ ਕਿ ਉਹਨਾਂ ਨੇ 7 ਬਚਨ ਹੀ ਆਪਣੇ ਪਿਤਾ ਜੀ ਨੂੰ ਕਰਕੇ ਮੰਨਿਆ। ਦੂਜੀ ਗੱਲ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਪਿਤਾ ਕਰਕੇ ਘੱਟ ਤੇ ਆਪਣੇ ਗੁਰੂ ਕਰਕੇ ਜ਼ਿਆਦਾ ਮੰਨਿਆ। ਇਹਦੀ ਇੱਕ ਮਿਸਾਲ ਮਿਲਦੀ ਹੈ ਕਿ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਾਏ ਦੇ ਪੁੱਤ ਭਰਾ ਸਹਾਰੀ ਮੱਲ ਦੇ ਬੇਟੇ ਦੀ ਮੈਰਿਜ ਸੀਗੀ, ਲਾਹੌਰ ਭੇਜਿਆ ਜਦੋਂ, ਔਰ ਗੁਰੂ ਜੀ ਨੇ ਪਹਿਲਾਂ ਪ੍ਰਿਥੀ ਚੰਦ ਨੂੰ ਕਿਹਾ ਵੀ ਪੁੱਤਰ ਤੂੰ ਜਾ ਵੱਡਾ, ਉਹ ਕਹਿੰਦਾ ਪਿਤਾ ਜੀ ਮੈਂ ਨਹੀਂ ਜਾਣਾ। ਮਹਾਂਦੇਵ ਨੂੰ ਕਿਹਾ, ਉਹ ਕਹਿੰਦਾ ਮੈਂ ਤੇ ਮਸਤਾਨੀ ਜੀ ਬਿਰਤੀ ਦਾ ਮੈਂ ਉੱਥੇ ਜਾ ਕੇ ਕੀ ਕਰਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਪੁੱਤਰ ਹੁਣ ਤੁਸੀਂ ਚਲੇ ਜਾਓ, ਕਹਿੰਦੇ 7 ਵਚਨ ਪਿਤਾ ਜੀ ਮੈਂ ਜ਼ਰੂਰ ਜਾਵਾਂਗਾ ਜੀ। ਔਰ ਗੁਰੂ ਜੀ ਨੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇਹ ਕਿਹਾ ਕਿ ਬੇਟਾ ਤੁਸੀਂ ਲਾਹੌਰ ਤੋਂ ਉਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਮੈਂ ਤੁਹਾਨੂੰ ਆਪ ਸੱਦਾ ਦੇ ਕੇ ਨਾ ਬੁਲਾਵਾਂ ਜੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਰਹੇ, ਸ਼ਾਦੀ ਵੀ ਹੋ ਗਈ, ਸ਼ਾਦੀ ਤੋਂ ਪਹਿਲਾਂ ਗਏ ਸੀ, ਕਾਫੀ ਸਮਾਂ ਪਹਿਲਾਂ ਸ਼ਾਦੀ ਵੀ ਹੋ ਗਈ, ਫਿਰ ਵੀ ਉੱਥੇ ਰਹਿੰਦੇ ਰਹੇ ਔਰ ਉੱਥੇ ਰਹਿ ਕੇ ਸਿੱਖ ਸੰਗਤਾਂ ਦੇ ਨਾਲ ਨਾਮ ਬਾਣੀ ਦਾ ਅਭਿਆਸ ਕਰਦੇ ਰਹੇ ਜੀ। ਪਰ ਉਹ ਉਡੀਕ ਕਰ ਰਹੇ ਸੀ ਮੇਰੇ ਪਿਤਾ ਜੀ ਮੈਨੂੰ ਬੁਲਾਉਣ ਜੀ। ਉਹਨਾਂ ਨੇ ਚਿੱਠੀ ਪੱਤਰ ਭੇਜਿਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਬਿਲਪ ਕਰਿਆ ਚਾਤਰ ਕੀ ਨਿਆਈ, 3 ਚਿੱਠੀਆਂ ਭੇਜੀਆਂ ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤੇ ਗੁਰੂ ਜੀ ਸਮਝ ਗਏ, ਗੁਰੂ ਅਰਜਨ ਦੇਵ ਜੀ, ਕਿ ਮੇਰੀਆਂ ਚਿੱਠੀਆਂ ਪਿਤਾ ਜੀ ਤੱਕ ਪਹੁੰਚ ਨਹੀਂ ਰਹੀਆਂ ਜੀ। ਉਹਨਾਂ ਨੇ ਫਿਰ ਇੱਕ ਜਿਹੜਾ ਸੇਵਾਦਾਰ ਭੇਜਿਆ, ਉਹਨਾਂ ਨੇ ਕਿਹਾ ਵੀ ਇਹ ਚਿੱਠੀ ਹੈ ਜਿਹੜੀ ਮੇਰੀ, ਇਹ ਪਿਤਾ ਜੀ ਨੂੰ ਹੀ ਫੜਾਉਣੀ, ਕਿਸੇ ਹੋਰ ਨੂੰ ਨਹੀਂ ਦੇਣੀ ਜੀ। ਤੇ ਜਦੋਂ ਉਹ ਚਿੱਠੀ ਦਾ ਅੰਕ 4 ਪਾਇਆ ਦੇਖਿਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੁਨੇਹਾ ਦੇ ਕੇ ਬੁਲਾ ਲਿਆ ਔਰ ਫਿਰ ਉੱਥੇ ਉਹਨਾਂ ਨੇ ਆ ਕੇ ਉਹ ਸ਼ਬਦ ਹੈ ਜਿਹੜਾ ਉਚਾਰਨ ਕੀਤਾ, ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀ। ਕਹਿਣ ਤੋਂ ਭਾਵ ਕਿ ਉਹਨਾਂ ਦੀ ਜਿਹੜੀ ਪ੍ਰੇਮਾ ਭਗਤੀ ਸੀ ਉਹ ਇੱਕ ਪੁੱਤਰ ਹੋਣ ਦੇ ਬਾਵਜੂਦ ਵੀ ਪਿਤਾ ਨੂੰ ਆਪਣਾ ਗੁਰੂ ਪਿਤਾ ਸਮਝਦੇ ਸਨ। ਇਸ ਕਰਕੇ ਕਿਹਾ ਜਾਂਦਾ ਹੈ ਕਿ ਪੁੱਤਰ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਰਗਾ। ਜੀ। ਸੋ ਬਿਲਕੁਲ ਪ੍ਰੋਫੈਸਰ ਰਵਿੰਦਰ ਸਿੰਘ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਰਾਹੀਂ ਕਰ ਰਹੇ ਆ। ਸੋ ਅੱਗੇ ਵੀ ਜਾਣਦੇ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਹੋਰ ਗੱਲਾਂ ਬਾਤਾਂ। ਸੋ ਪ੍ਰੋਫੈਸਰ ਸਾਹਿਬ, ਗੁਰਤਾ ਗੱਦੀ ਦੀ ਗੱਲ ਕਰੀਏ ਤਾਂ ਪੰਚਮ ਪਾਤਸ਼ਾਹ ਨੂੰ ਫਿਰ ਗੁਰਤਾ ਗੱਦੀ ਜਿਹੜੀ ਆ ਉਹ ਕਦੋਂ ਪ੍ਰਾਪਤ ਹੁੰਦੀ ਆ? ਹਾਂਜੀ, ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਜਿਹੜਾ ਇੱਕ ਸਿਧਾਂਤ ਰਿਹਾ ਜੀ ਉਹ ਇਹ ਹੈ ਕਿ ਗੁਰਤਾ ਗੁਰਗੱਦੀ ਨੂੰ ਕੋਈ ਨਿੱਜੀ ਜਾਇਦਾਦ ਨਹੀਂ ਸੀ ਮੰਨ ਸਕਦਾ। ਜਿਵੇਂ ਆਮ ਤੌਰ 'ਤੇ ਅਸੀਂ ਰਾਜਗੱਦੀਆਂ ਦੇਖਦੇ ਹਾਂ, ਉਹਦੇ ਵਿੱਚ ਜੇਕਰ ਕੋਈ ਆਸਣ ਦੇ ਉੱਤੇ ਬੈਠਦਾ ਜੀ ਤੇ ਰਾਜਗੱਦੀ 'ਤੇ ਬੈਠਦਾ, ਉਹ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਜੇਠਾ ਪੁੱਤ ਹੈ ਜਾਂ ਜਿਹੜਾ ਵੱਡਾ ਪੁੱਤਰ ਹੈਗਾ ਉਹੀ ਗੱਦੀ 'ਤੇ ਬੈਠੇਗਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਰੰਪਰਾ ਲਾਗੂ ਕੀਤੀ ਹੈ ਕਿ ਇਹ ਗੁਰੂ ਨਾਨਕ ਦੀ ਜਿਹੜੀ ਗੱਦੀ ਹੈ ਅਧਿਆਤਮਿਕਤਾ ਦੀ, ਜਿਹੜੇ ਗੁਰਸਿੱਖੀ ਦਾ ਉਹਨਾਂ ਨੇ ਮੁੱਢ ਬੱਝਿਆ ਸੀਗਾ ਕਿ ਇਸ ਗੱਦੀ ਦੇ ਉੱਤੇ ਉਹ ਹੀ ਬੈਠ ਸਕਦਾ ਹੈ ਜਿਹੜਾ ਇਹਦੇ ਲਾਇਕ ਹੈ ਜੀ। ਤਾਂ ਹੀ ਗੁਰਬਾਣੀ ਦੇ ਵਿੱਚ ਕਿਹਾ ਕਿ ਤਖਤ ਬਹਿ ਤਖਤ ਹੈ ਕੀ ਲਾਇਕ ਜੀ। ਇਹ ਤਖਤ ਕੋਈ ਆਮ ਤਖਤ ਨਹੀਂ ਸੀਗਾ। ਇਸ ਗੁਰਗੱਦੀ ਨੇ ਪੂਰੀ ਮਾਨਵਤਾ ਨੂੰ ਜਿਹੜਾ ਹੈਗਾ ਇੱਕ ਦਿਸ਼ਾ ਨਿਰਦੇਸ਼ ਦੇਣੇ ਸੀ, ਅਗਵਾਈ ਕਰਨੀ ਸੀ ਔਰ ਸਰਪ੍ਰਸਤੀ ਕਰਨੀ ਸੀ। ਬਿਲਕੁਲ।
ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਪ੍ਰੀਖਿਆਵਾਂ ਲੈ ਕੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾਇਆ ਜੀ। ਔਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੁਰਗੱਦੀ ਦਿੱਤੀ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਆਪਣੇ ਜਵਾਈ ਜੇਠਾ ਜੀ ਨੂੰ ਗੁਰਤਾ ਗੁਰਗੱਦੀ ਦੇ ਉੱਤੇ ਬਿਠਾਇਆ। ਇਸੇ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਹੈ ਜਿਹੜਾ, ਉਹ ਸੋਚਦਾ ਸੀ ਕਿ ਮੈਂ ਵੱਡਾ ਪੁੱਤਰ ਹੈ, ਇਹ ਗੱਦੀ ਮੈਨੂੰ ਹੀ ਮਿਲੇਗੀ, ਪਰ ਉਹ ਇਸ ਦੇ ਕਾਬਲ ਨਹੀਂ ਸੀ। ਇਸ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਪਰਿਵਾਰਕ ਤੌਰ ਦੇ ਉੱਤੇ ਜ਼ਿੰਮੇਵਾਰੀਆਂ ਨੂੰ ਦੇਖਦਿਆਂ ਔਰ ਜਿਹੜੀਆਂ ਪ੍ਰੀਖਿਆਵਾਂ ਸੀਗੀਆਂ ਉਹ ਛੋਟੀ-ਛੋਟੀਆਂ ਘਟਨਾਵਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਹੀ 100% ਕਾਬਲ ਜਾਣਦਿਆਂ ਹੋਇਆਂ ਉਹਨਾਂ ਨੂੰ 1581 ਦੇ ਵਿੱਚ ਗੁਰਤਾ ਗੁਰਗੱਦੀ ਦਾ ਤਿਲਕ ਹੈ ਜਿਹੜਾ ਉਹ ਦਿੱਤਾ। ਔਰ ਇਸ ਦੇ ਵਿੱਚ ਉਹਨਾਂ ਦਾ ਵੱਡਾ ਭਰਾ ਜਿਹੜਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ, ਉਹ ਬਹੁਤ ਤਿਲ ਮਿਲਾਇਆ ਕਿ ਇਹ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਮੇਰੇ ਛੋਟੇ ਭਰਾ ਨੂੰ ਕਿਉਂ ਮਿਲ ਗਈ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰਿਥੀ ਚੰਦ ਹੈ ਉਹ ਗੁਰੂ ਜੀ ਦਾ ਦੋਖੀ ਬਣ ਬੈਠਿਆ, ਭਰਾ ਦੇ ਨਾਲ ਹੀ ਦੁਸ਼ਮਣੀ ਕਰ ਬੈਠਿਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬੜੇ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਨਾਲ ਆਪਣੇ ਪਿਤਾ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਰਹਿਮੋ ਕਰਮ ਦੇ ਨਾਲ ਨਿਭਾਉਣ ਦਾ ਯਤਨ ਹੈ ਜਿਹੜਾ ਉਹ ਫਿਰ ਕਰਦੇ ਨੇ। ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਭਰਾ ਜਿਹੜਾ ਸੀਗਾ ਉਹਨਾਂ ਦੇ ਖਿਲਾਫ ਸੀਗਾ, ਤੇ ਮੈਂ ਚਾਹੂੰਗਾ ਕਿ ਉਹ ਵੀ ਜ਼ਿਕਰ ਤੁਸੀਂ ਕਰੋ ਕਿ ਕਿਵੇਂ ਕਿਵੇਂ ਦੀਆਂ ਸਾਜ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਕੀਤੀਆਂ ਗਈਆਂ ਕਿ ਜੀ। ਹਾਂਜੀ, ਦੇਖੋ ਇਤਿਹਾਸ ਦੇ ਵਿੱਚ ਜਦੋਂ ਅਸੀਂ ਪੰਚਮ ਗੁਰਦੇਵ ਜੀ ਦਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਪ੍ਰਿਥੀ ਚੰਦ, ਉਹਨੇ ਬਹੁਤ ਕੁਝ ਜੀਆਂ ਚਾਲਾਂ ਚੱਲੀਆਂ। ਐਸੀਆਂ ਚਾਲਾਂ ਚੱਲੀਆਂ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਉਹਨਾਂ ਦੇ ਘਰ ਕੋਈ ਪੁੱਤਰ ਨਹੀਂ ਸੀ ਅਜੇ, ਔਰ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਗੁਰੂ ਸਾਹਿਬ ਜੀ ਨੇ ਗੋਦ ਲਿਆ ਸੀ, ਉਹਨਾਂ ਨੂੰ ਪਾਲਦੇ ਪਏ ਸੀ। ਔਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਤੇ ਉਹ ਬੜਾ ਸੜ ਬਲ ਗਿਆ, ਆਮ ਕਹਿੰਦੇ ਜਿਵੇਂ ਕਿ ਸੱਤੀ ਕੱਪੜੀ ਅੱਗ ਲੱਗ ਗਈ ਵੀ ਇਹ ਕੀ ਹੋ ਗਿਆ। ਉਹ ਸੋਚਦਾ ਸੀਗਾ ਕਿ ਚਲੋ ਜੇਕਰ ਗੁਰਗੱਦੀ ਮੈਨੂੰ ਨਹੀਂ ਮਿਲੀ ਤੇ ਗੁਰੂ ਅਰਜਨ ਦੇਵ ਜੀ ਮੇਰੇ ਪੁੱਤਰ ਨੂੰ ਪੁੱਤਰਾਂ ਵਾਂਗ ਸਮਝਦੇ ਨੇ, ਚਲੋ ਮੈਨੂੰ ਨਹੀਂ ਸੀ ਤੇ ਮੇਰਾ ਪੁੱਤਰ ਹੀ ਅਗਾਂਹ ਗੱਦੀ ਤੇ ਬੈਠ ਜਾਏਗਾ, ਉਹ ਇਹ ਸੋਚਦਾ ਸੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਹੈ ਤੇ ਉਹਨੇ ਬੜੀਆਂ ਚਾਲਾਂ ਚੱਲੀਆਂ। ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਾਈ ਨੂੰ ਭੇਜਿਆ ਕਿ ਤੂੰ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਗੁਰੂ ਸਾਹਿਬ ਜੀ ਨੂੰ ਮਾਰ ਦੇ, ਕਿਤੇ ਖਿਡਾਵੇ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ, ਔਰ ਸਪੇਰਾ ਵੀ ਭੇਜਿਆ ਵੀ ਸੱਪ ਡੱਸ ਦੇਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅਲੇਪ ਨਾ ਲਾਗੋ ਤਿਲਕਾ ਮੂਲ। ਹਾਂਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਜਿਹਨੂੰ ਉਹ ਪਰਮਾਤਮਾ ਆਪ ਰੱਖਦਾ ਤੇ ਮਾਰ ਕੌਣ ਸਕਦਾ। ਸੋ ਕਹਿਣ ਤੋਂ ਭਾਵ ਕਿ ਉਹ ਭਰਾ ਜਿਹਦਾ ਕਹਿੰਦੇ ਵੀ ਭਰਾ ਦਾ ਖੂਨ ਕਿਸੇ ਵੱਲੋਂ ਦਿੱਤੇ ਹੋਏ ਦੁੱਖ ਨੂੰ ਦੇਖ ਕੇ ਖੌਲ ਉੱਠਦਾ, ਤੇ ਭਰਾ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦੁਖੀ ਬਣ ਬੈਠਿਆ ਸੀਗਾ। ਹੋਰ ਵੀ ਅੱਗੇ ਜਿਹੜੀਆਂ ਜਿਵੇਂ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਤੱਕ ਲੈ ਕੇ ਜਾਣ ਦੇ ਵਿੱਚ ਵੀ ਪ੍ਰਿਥੀ ਚੰਦ ਦਾ ਜਿਹੜਾ ਹੈਗਾ ਅਹਿਮ ਰੋਲ ਰਿਹਾ। ਇਸ ਤੋਂ ਬਾਅਦ ਦੇ ਵਿੱਚ ਪ੍ਰੋਫੈਸਰ ਸਾਹਿਬ ਗੱਲ ਕਰੀਏ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਦੋਂ ਨੀਂਹ ਪੱਥਰ ਰੱਖਿਆ ਗਿਆ ਤਾਂ ਉਸ ਨੀਂਹ ਪੱਥਰ ਨੂੰ ਰੱਖਣ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਇੱਟ ਜਿਹੜੀ ਆ ਪਹਿਲੀ ਉਹ ਰਖਵਾਈ। ਇਸ ਦਾ ਕੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਤੇ ਇਹਦੇ ਕੀ ਕਾਰਨ ਸਨ? ਹਾਂਜੀ, ਦੇਖੋ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਰਹਿ ਕੇ ਉਹਨਾਂ ਨੇ ਸਿੱਖੀ ਦੀਆਂ ਪਰੰਪਰਾਵਾਂ ਨੂੰ ਜਿਹੜਾ ਹੈਗਾ ਆਪਣੇ ਅੰਦਰ ਢਾਲਿਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਹੈ ਤੇ ਇੱਥੇ 52 ਕਿੱਤਿਆਂ ਦੇ ਲੋਕ ਜਿਹੜੇ ਹੈਗੇ ਸੀਗੇ ਉਹ ਇੱਥੇ ਵਸਾਏ ਸੀਗੇ, ਮਤਲਬ 52 ਜਾਤੀਆਂ ਦੇ ਲੋਕ ਇੱਥੇ ਵਸਾਏ ਸਨ। ਕਹਿਣ ਤੋਂ ਭਾਵ ਕਿ ਸਾਂਝੀ ਵਾਲਤਾ ਦਾ ਜਿਹੜਾ ਕਾਰਜ ਹੈਗਾ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤਾ ਸੀ। ਔਰ ਸਰੋਵਰ ਹੈ ਜਿਹੜਾ ਉਹ ਗੁਰੂ ਰਾਮਦਾਸ ਜੀ ਨੇ ਇੱਥੇ ਸਰੋਵਰ ਦਾ ਟੱਕ ਲਗਵਾਇਆ ਸੀ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਰੋਵਰ ਦੇ ਅੰਦਰ ਇੱਕ ਐਸਾ ਸਥਾਨ ਬਣਾਉਣ ਦੇ ਲਈ, ਇੱਕ ਸਾਂਝੀ ਵਾਲਤਾ ਦਾ ਇੱਕ ਸੰਦੇਸ਼ ਦੇਣ ਵਾਸਤੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਬਣਾਉਣ ਦੀ ਸੋਚੀ। ਔਰ ਉਸ ਸਮੇਂ ਦਾ ਇੱਕ ਮੁਸਲਮਾਨ ਫਕੀਰ ਸੀ ਸਾਈਂ ਮੀਆਂ ਮੀਰ, ਜਿਹਦੀ ਕਿ ਸਮਾਜ ਦੇ ਵਿੱਚ ਬਹੁਤ ਉੱਚੀ ਪ੍ਰਤਿਭਾ ਸੀ। ਔਰ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਸਤੇ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕੇਂਦਰੀ ਧਰਮ ਸਥਾਨ ਬਣਾਉਣ ਲੱਗੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਇਹਦੀ ਨੀਂਹ ਤੁਸੀਂ ਰੱਖੋ, ਅਸੀਂ ਤੁਹਾਡੇ ਮੁਬਾਰਕ ਕਰ ਕਮਲਾਂ ਤੋਂ ਇਹਦੀ ਨੀਂਹ ਹੈ ਜਿਹੜੀ ਅਸੀਂ ਰਖਵਾਉਣੀ ਚਾਹੁੰਦੇ ਹਾਂ। ਔਰ ਸਾਈਂ ਮੀਆਂ ਮੀਰ ਜੀ ਨੇ ਉਹਦੀ ਨੀਂਹ ਹੈ ਜਿਹੜੀ
ਪਹਿਲੀ ਇੱਟ ਹੈ ਜਿਹੜੀ ਰੱਖੀ, ਸਥਾਪਿਤ ਕੀਤੀ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਫਿਰ ਆਪਣੇ ਸਿੱਖ ਸੰਗਤਾਂ ਦੇ ਰਹਿਨੁਮਾਈ ਦੇ ਹੇਠ ਔਰ ਸਿੱਖ ਸੰਗਤਾਂ ਦੇ ਨਾਲ ਮਿਲ ਕੇ ਆਪ ਉਸ ਅਸਥਾਨ ਨੂੰ ਜਿਹੜਾ ਹੈਗਾ ਬਣਾਇਆ। ਔਰ ਇਹ ਅਸਥਾਨ ਹੈ ਜਿਹੜਾ ਅੱਜ ਪੂਰੇ ਵਿਸ਼ਵ ਦੇ ਅੰਦਰ ਇੱਕ ਵਿਲੱਖਣ ਸਥਾਨ ਰੱਖਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਆਖਿਆ ਗਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਦਾਤਾ ਤਾਂ ਤੂੰ ਸੋਹਿਆ। ਤੇ ਦੂਸਰੀ ਗੱਲ ਇੱਕ ਮੈਂ ਹੋਰ ਸਿੱਖ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸੰਸਾਰ ਦੇ ਵਿੱਚ ਧਰਮ ਸਥਾਨ ਬਹੁਤ ਜ਼ਿਆਦਾ ਨੇ, ਬਹੁਤ ਦੇਖੇ ਹੋਣਗੇ। ਹਿੰਦੂ ਧਰਮ ਸਥਾਨ ਵੀ ਹੈਗੇ ਨੇ, ਬੋਧੀਆਂ ਦੇ ਧਰਮ ਸਥਾਨ ਵੀ ਹੈਗੇ ਨੇ, ਮੱਠ ਨੇ ਜਿਹੜੇ ਉਹਨਾਂ ਦੇ। ਔਰ ਉਹਨਾਂ ਧਰਮ ਸਥਾਨਾਂ ਦੀ ਔਰ ਇਸ ਧਰਮ ਸਥਾਨ ਦੀ ਵਿਲੱਖਣਤਾ ਇਹ ਹੈਗੀ ਹੈ ਕਿ ਜਦੋਂ ਅਸੀਂ ਹੋਰਨਾਂ ਧਰਮ ਸਥਾਨਾਂ ਦੇ ਉੱਤੇ ਜਾਂਦੇ ਹਾਂ ਤਾਂ ਉਹ ਬਹੁਤ ਉੱਚੇ ਨੇ, ਉਹਨਾਂ ਦੀਆਂ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਸਿੱਖ ਸੰਗਤਾਂ ਵੀ ਉਹਨਾਂ ਨੇ ਦੇਖੇ ਹੋਣਗੇ ਐਸੇ ਅਸਥਾਨ। ਪਰ ਸ੍ਰੀ ਦਰਬਾਰ ਸਾਹਿਬ ਜੀ ਦੀ ਇੱਕ ਇਹ ਵਿਸ਼ੇਸ਼ਤਾ ਹੈ ਕਿ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੁੰਦੇ ਹਾਂ ਨਾ ਜੀ, ਤੇ ਸਾਨੂੰ ਪੌੜੀਆਂ ਉਤਰਨੀਆਂ ਪੈਂਦੀਆਂ ਨੇ। ਪੌੜੀਆਂ ਉਤਰ ਕੇ ਜਾਣਾ ਪੈਂਦਾ। ਸਾਧ ਸੰਗਤ ਜੀ, ਇਹ ਇੱਕ ਗੁਰੂ ਸਾਹਿਬ ਜੀ ਦਾ ਇੱਕ ਫਲਸਫਾ ਸੀ ਕਿ ਭਾਈ ਜੇ ਤੂੰ ਇਸ ਸਰਬ ਸਾਂਝੇ ਸਥਾਨ ਦੇ ਉੱਤੇ ਆਉਣਾ ਚਾਹੁੰਦਾ ਨਾ, ਤੈਨੂੰ ਆਪਣਾ ਆਪ ਮਿਟਾ ਕੇ ਆਉਣਾ ਪੈਣਾ। ਥੱਲੇ ਹੋਣ ਦਾ ਮਤਲਬ, ਨੀਚੇ ਹੋ ਕੇ ਜਾਣ ਦਾ ਮਤਲਬ ਇਹ ਹੈ ਵੀ ਸਾਨੂੰ ਨੀਵੇਂ ਹੋ ਕੇ ਜਾਣਾ ਪੈਣਾ। ਸੋ ਇੱਕ ਸ੍ਰੀ ਦਰਬਾਰ ਸਾਹਿਬ ਜੀ ਦੀ ਇੱਕ ਵਿਲੱਖਣਤਾ ਹੈ, ਵਿਸ਼ੇਸ਼ਤਾ ਹੈ। ਔਰ ਮੈਂ ਕਹਿੰਦਾ ਵੀ ਇਹ ਸਾਡੇ ਲਈ ਇੱਕ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ। ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ ਕਿ ਅਸੀਂ ਸਿੱਖ ਧਰਮ ਦੇ ਵਿੱਚ ਔਰ ਸ਼੍ਰੀ ਹਰਿਮੰਦਰ ਸਾਹਿਬ ਇੱਥੇ ਅੰਮ੍ਰਿਤਸਰ ਦੇ ਵਿੱਚ ਅਸੀਂ ਰੋਜ਼ਾਨਾ ਇਹਦੇ ਦਰਸ਼ਨ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਇਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜਾਂ ਦੇ ਵਿੱਚੋਂ ਇੱਕ ਕਾਰਜ ਸੀਗਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਤਿਆਰੀ, ਤੇ ਉਸ ਨੂੰ ਕਿਵੇਂ ਤਿਆਰ ਕਰਵਾਇਆ ਗਿਆ, ਤੇ ਮੈਂ ਚਾਹੂੰਗਾ ਕਿ ਉਹ ਵੀ ਤੁਸੀਂ ਸੰਗਤਾਂ ਨਾਲ ਸਾਂਝ। ਹਾਂਜੀ, ਦੇਖੋ ਜਿਵੇਂ ਹੁਣੇ ਆਪਾਂ ਜ਼ਿਕਰ ਕੀਤਾ ਹੈ ਕਿ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਤੇ ਸਰਬ ਸਾਂਝਾ ਸਥਾਨ ਹੈ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਤਿਆਰ ਕੀਤਾ। ਔਰ ਸਿੱਖਾਂ ਦੇ ਕੋਲ ਕੇਂਦਰੀ ਸਥਾਨ ਤੇ ਬਣ ਚੁੱਕਾ ਸੀਗਾ, ਪਰ ਕੋਈ ਸਿੱਖਾਂ ਦਾ ਧਰਮ ਗ੍ਰੰਥ ਹੈ ਜਿਹੜਾ ਉਹ ਅਜੇ ਨਹੀਂ ਸੀ ਬਣਿਆ। ਤੇ ਦੂਜੀ ਗੱਲ, ਗੁਰੂ ਸਾਹਿਬ ਜੀ ਕੋਲ ਬਾਣੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਉਹਨਾਂ ਦੇ ਆਪਣੇ ਕੋਲ ਸੀਗੀ। ਔਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਜਿਹੜੀ ਉਹ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਕੋਲ ਪਈ ਹੋਈ ਸੀ। ਤੇ ਉਹ ਪੋਥੀਆਂ ਜੇ ਗੁਰੂ ਸਾਹਿਬ ਜੀ ਕੋਲ ਨਹੀਂ ਸਨ ਆਈਆਂ, ਤੇ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਮੇਰਾ ਭਤੀਜਾ ਮਿਹਰਬਾਨ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਸੀਗਾ, ਉਹਨੇ ਬਹੁਤ ਸਾਰੀ ਕਵਿਤਾ ਰਚ ਕੇ, ਜਿਹਨੂੰ ਉਹ ਬਾਣੀ ਆਖਦਾ ਸੀਗਾ, ਔਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਿਖ ਕੇ ਉਹਨੇ ਬਹੁਤ ਸਾਰੀ ਬਾਣੀ ਹੈ ਜਿਹੜੀ ਉਹ ਲਿਖਣੀ ਆਰੰਭ ਕਰ ਦਿੱਤੀ ਸੀ, ਜਿਹਦਾ ਜ਼ਿਕਰ ਸਾਨੂੰ ਮਹਿਮਾ ਪ੍ਰਕਾਸ਼ ਦੇ ਵਿੱਚੋਂ ਮਿਲਦਾ। ਉਹ ਮਹਿਮਾ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ, ਫਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਭਾਵ ਕਿ ਲੰਮੀ ਕਵਿਤਾ ਰਚ ਕੇ ਬਾਅਦ ਦੇ ਵਿੱਚ ਉਹ ਨਾਨਕ ਪਦ ਲਗਾ ਦਿੰਦਾ। ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਆਖਿਰ ਦੇ ਵਿੱਚ ਜਨ ਨਾਨਕ ਕਹਿ ਨਾਨਕ ਆਉਂਦਾ, ਉਹ ਇਸੇ ਤਰ੍ਹਾਂ ਦੇ ਨਾਲ ਉਹਨੇ ਨਾਨਕ ਛਾਪ ਦੀ ਮੋਹਰ ਹੇਠ ਬਾਣੀ ਰਚਣੀ ਸ਼ੁਰੂ ਕਰ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਤੇ ਬਹੁਤ ਜ਼ਿਆਦਾ ਬਖੇੜਾ ਖੜਾ ਹੋ ਜਾਏਗਾ। ਜਿਹੜੀ ਐਕਚੁਅਲ ਬਾਣੀ ਹੈ ਗੁਰੂ ਸਾਹਿਬਾਨਾਂ ਦੀ, ਔਰ ਇਹ ਬਾਣੀ ਜਿਹੜੀ ਕੱਚੀ ਰਚੀ ਜਾ ਰਹੀ ਹੈ, ਇਹਦੇ ਵਿੱਚ ਨਿਰਣਾ ਕਰਨਾ ਔਖਾ ਹੋ ਜਾਏਗਾ। ਇਸ ਕਰਕੇ ਉਹਨਾਂ ਨੇ ਆਦਿ ਗ੍ਰੰਥ ਦਾ ਸੰਪਾਦਨ ਕਰਨ ਦੇ ਲਈ ਮਨ ਬਣਾਇਆ, ਔਰ ਭਾਈ ਗੁਰਦਾਸ ਜੀ ਦੇ ਨਾਲ ਵਿਚਾਰ ਸਾਂਝੇ ਕਰਕੇ ਉਹ ਬਾਣੀ ਜਿਹੜੀ ਹੈਗੀ ਸੀ, ਪਹਿਲੋਂ ਪੋਥੀਆਂ ਸੀਗੀਆਂ ਬਾਬਾ ਮੋਹਨ ਜੀ ਕੋਲੋਂ ਲਿਆ ਕੇ, ਤੇ ਉਹਨਾਂ ਨੇ ਸੰਪਾਦਨ ਦਾ ਕਾਰਜ ਹੈ ਜਿਹੜਾ ਉਹ ਆਰੰਭ ਕੀਤਾ। ਔਰ ਉਹ ਹੀ ਬਾਣੀ ਜਿਹੜੀ ਹੈਗੀ ਭਗਤ ਸਾਹਿਬਾਨਾਂ ਦੀ, ਜਿਹੜੀ ਕਿ ਗੁਰੂ ਸਾਹਿਬ ਜੀ ਨੇ ਇਕੱਤਰ ਕੀਤੀ ਸੀ, ਉਹਨੂੰ ਗੁਰੂ ਆਦਿ ਗ੍ਰੰਥ ਦੇ ਵਿੱਚ ਚੜ੍ਹਾਇਆ ਗਿਆ। ਈਵਨ ਕਿ ਹੋਰ ਵੀ ਬਹੁਤ ਸਾਰੇ ਭਗਤ ਆਏ ਸਨ ਕਿ ਸਾਡੀ ਬਾਣੀ ਵੀ ਚੜ੍ਹਾਈ ਜਾਵੇ, ਜਿਵੇਂ ਕਾਨਾ, ਛੱਜੂ, ਪੀਲੂ। ਇਹ ਵੀ ਜ਼ਿਕਰ ਆਉਂਦਾ ਕਿ ਨਾਰਾਜ਼ ਵੀ ਹੋ ਗਏ ਸੀਗੇ ਇਸ ਗੱਲ ਤੋਂ ਕਿ ਸਾਡੀ ਬਾਣੀ ਜਿਹੜੀ ਜੀ ਹਾਂਜੀ, ਉਹ ਵੀ ਆਏ ਕਿ ਸਾਡੀ ਬਾਣੀ ਹੈ ਜਿਹੜੀ ਉਹ ਸਾਡੇ ਵਿੱਚ ਚੜ੍ਹਾਈ ਜਾਵੇ। ਤੇ ਗੁਰੂ ਸਾਹਿਬ ਜੀ ਨੇ ਸਾਰੇ ਭਗਤ ਸਾਹਿਬਾਨਾਂ ਦੀ ਬਾਣੀ ਸੁਣੀ ਵੀ ਭਾਈ ਦੱਸੋ, ਅਸੀਂ ਤੁਹਾਡੀ ਬਾਣੀ ਜੇਕਰ ਸਾਨੂੰ ਗੁਰਮਤਿ ਦੇ ਅਨੁਸਾਰ ਲੱਗੀ ਤੇ ਅਸੀਂ ਬਾਣੀ ਤੁਹਾਡੀ ਜ਼ਰੂਰ ਅੰਕਿਤ ਕਰਾਂਗੇ। ਤੇ ਕਹਿੰਦੇ ਕਿ ਗੁਰੂ ਸਾਹਿਬ ਜੀ ਨੇ ਪੁੱਛਿਆ, ਛੱਜੂ ਭਗਤ ਨੂੰ ਪੁੱਛਿਆ ਕਿ ਭਾਈ ਤੂੰ ਦੱਸ। ਉਹਨੇ ਬਾਣੀ ਰਚੀ, ਦੱਸੀ, ਜਿਹੜੀ ਕਵਿਤਾ ਗਾਈ, ਕਹਿੰਦਾ ਕਿ ਜੋ ਸੁਖ ਛੱਜੂ ਦੇ ਚਬਾਰੇ ਉਹ ਬਲਖ ਨਾ ਬੁਖਾਰੇ। ਤੇ ਗੁਰੂ ਸਾਹਿਬ ਜੀ ਹੱਸ ਪਏ। ਤੇ ਉਹ ਕਹਿੰਦਾ ਗੁਰੂ ਸਾਹਿਬ ਕੀ ਗੱਲ? ਕਹਿੰਦੇ ਭਾਈ
तू कह रहा कि जो सुख छज्जू दे चवारे वो बलख ना बुखारे, पर साडी गुरमत कहती है जो सुख प्रभ गोबिंद की सेवा सो सुख राज ना लही है। बस यह अंतर है कि असीं तुहाडी बाणी है जिहड़ी वो नहीं अंकित कर सकते। सो कहण तो भाव कि गुरु साहब जी ने जिहड़ी आदि ग्रंथ की संपादना की है वो बहुत वड्डा एक अहम उपराला सीगा जिहड़ा कि अज सानू समुची मानवता नू एक संदेश दे रहा और एक अकाल दे नाल जोड़ रहा है, जिहदा कि अखर अखर सच है। जिन्हों गुरु नानक देव जी ने शब्द गुरु कहा सी उहो ही शब्द गुरु जिहड़ा हैगा जिन्हों गुरु अर्जन देव जी महाराज जी धुर की बाणी आई तिन सगली चिंत मिटाई दा संदेश दिंदे ने। जी जी जी। सो बिल्कुल प्रोग्राम इतिहास के पन्निਆਂ ਦੇ ਵਿੱਚ आप जी गुरु अर्जन देव महाराज जी के जीवन के संबंध में समुची गलबात जी वो देश विदेश दी संगतां दे नाल विचारां दी सांझ कर रहा है। बड़े ही सुंदर विचारां दी सांझ जी की जा रही है प्रोफैसर रविंदर सिंह जी होरां दे वल्लों। सो जिस तरह उन्होंने दस्या कि गुरबाणी जी वो गुरु साहब ने जी आद बीड़ जी तैयार की तो किवें उस दे विच जिहड़ी होर भगतां दी बाणी आ वो दर्ज की गई तो उसनूं गुरमत की कसवट्टी दे उत्ते परखिया गया तो फिर उस बाणी नूं गुरु ग्रंथ साहब दे विच दर्ज किया गया। सो प्रोफैसर साहब अहम कारजां दी होर अहम कारजां दी जेकर गल करिए तो गुरु अर्जन देव महाराज जी ने होर किहड़े अहम कारज सन जिहड़े कीते जिस दे विच कहा जाए कि जिन्ना चिर गुरु अर्जन देव महाराज गुरता गद्दी दे उत्ते रहे उन्ना चिर उन्होंने होर किहड़े कारज कीते जिस दे विच सिੱਖੀ दे प्रचार प्रसार दे विच योगदान जी जी हाँ जी। देखो ये गुरु घर की परंपरा रही है जी, जदों भी जिहड़ा भी कोई गुरु साहबान जिहड़ा है वो गुरता गुरगद्दी ते विराजमान हुंदा रहा उन्होंने गुरसिੱਖੀ के प्रचार ते प्रसार लिए बहुत सारे कारज किए ने। जिवें गुरु अर्जन देव जी महाराज जी ने सब तो वड्डा कारज ये किया कि श्री हरमंदर साहब जी का जिहड़ा निर्माण है वो वध तो वध होर फैलाव दे विच करवाया। छियाटा साहब बनवाया, 6 हल्टा खूह उदों पानी की किल्लत सीगी, खूह भी लगवाए। उस तो बाद गुरु का बाग उत्थे बाग लगवाया जी। हाँ जी। करतारपुर साहब जलंधर के लागे वो नगर वसाया जी। श्री हरगोबिंदपुर साहब नगर वसाया गुरु हरगोबिंद साहब जी के जन्म की खुशी दे विच जी। सो इस तरह के नाल एक होर नगर जिहड़ा तरन साहब असीं सारियां संगतां दर्शन करदियां ने वो 15 अप्रैल 1590 गुरु अर्जन देव जी महाराज जी का जन्मदिन सीगा ते उदों उन्होंने तरन साहब सरोवर की जिहड़ी नींह है वो भी रखी। अज सब तो वड्डा सरोवर जिहड़ा तरन साहब संगतां दर्शन दीदारे करदियां ने। इस तो इलावा उन्होंने सब तो वड्डी गल कि दसवंध प्रथा नूं होर भी प्रफुल्लित किया। उदों मसंद प्रथा गुरु रामदास जी महाराज जी ने शुरू की सी और सारियां सिख संगतां नूं उपदेश दिते कि जिहड़ा दसवंध है वो वध तो वध कढ के गुरु घर दे विच जिहड़ा लिआंदा जाए जी। प्रोफैसर साहब गुरु अर्जन देव जी की शहादत जिहड़ी आ वो हुंदी आ ते ये देखा जाए तो पहली शहादत सीगी गुरु अर्जन देव जी की सिख काल की गल जी गुरु अर्जन देव तक जिक्र करिए तो उसके की कारण बने, क्यों शहादत देनी पई, उसके पिछे की कारण सन ते फिर किवें शहादत होंदी है? हाँ जी। देखो जी गुरु अर्जन देव जी महाराज जी की शहादत है जी ये सिख इतिहास के पन्निਆਂ ਦੇ ਵਿੱਚ बहुत ही अहम कांड है जी। देखो जिवें मैं पहला ही जिक्र किया है कि घर दे विचों ही जेकर कहते कोई दुश्मन पैदा हो जाण ते बाहर दुश्मन लभण जाण की जरूरत नहीं होंदी ते भरा ही दुश्मन बन बैठा सीगा ते उन्हें जी विरोधियों के काम कन्न भरने शुरू किए। दूजी गल जहांगीर है जिहड़ा वो अपने पिता की मौत तो बाद वो तख्त ते विराजमान होना चाहता सी। तख्त जिहड़ा हैगा वो शेख अहमद सरहदी जिहड़ा कि नक्शबंदी परंपरा का मोढी सीगा ਉਹਨੇ ਇਸ ਸ਼ਰਤ ਦੇ ਉੱਤੇ ਜਹਾਂਗੀਰ ਨੂੰ ਸਥਾਪਿਤ ਕੀਤਾ ਸੀ ਕਿ ਜੇਕਰ ਤੂੰ ਸਿੱਖਾਂ ਨੂੰ ਖਤਮ ਕਰੇਗਾ ਤੇ ਅਸੀਂ ਤੈਨੂੰ ਰਾਜਗੱਦੀ ਤੇ ਬਿਠਾਵਾਂਗੇ ਜੀ। ਸੋ ਉਹਨਾਂ ਨੂੰ ਇਹ ਲੁੱਤੀਆਂ ਲਾਈਆਂ ਗਈਆਂ ਕਿ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਆਦਿ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਇਸਲਾਮ ਦੇ ਖਿਲਾਫ ਲਿਖਿਆ ਗਿਆ ਜੀ ਤੇ ਇਸ ਤਰ੍ਹਾਂ ਦੇ ਘਟਨਾਕ੍ਰਮ ਹੋਏ। ਦੂਜੀ ਗੱਲ ਕਿ ਇੱਕ ਹੋਰ ਵੀ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਕਿ ਚੰਦੂ ਨੇ ਆਪਣੀ ਬੇਟੀ ਦਾ ਰਿਸ਼ਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀਤਾ ਸੀ ਔਰ ਚੰਦੂ ਹੰਕਾਰੀ ਸੀ, ਉਹਨੇ ਆਖਿਆ ਸੀ ਪ੍ਰੋਹਤ ਨੂੰ ਕਿ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਗਾ ਆ। ਇਸ ਕਰਕੇ ਸਿੱਖ ਸੰਗਤਾਂ ਨੇ ਕਿਹਾ ਸੀ ਵੀ ਇਹ ਰਿਸ਼ਤਾ ਅਸੀਂ ਮਨਜ਼ੂਰ ਨਹੀਂ ਕਰਨਾ ਹੈ। ਉਹ ਕੁੱਲ ਮਿਲਾ ਕੇ ਕਈ ਕੜੀਆਂ ਜਿਹੜੀਆਂ ਆਪਸ ਦੇ ਵਿੱਚ ਜੁੜਦੀਆਂ ਰਹੀਆਂ ਔਰ ਜਿਹੜੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਬਣੀਆਂ ਨੇ ਜੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹ ਸ਼ਹਾਦਤ ਹੈ ਜਿਹੜੀ 13 ਕੀਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗਿਆ ਤੇ ਪਹਿਰਾ ਦਿੰਦਿਆਂ ਹੋਇਆਂ ਭਾਣਾ ਮੰਨਦੇ ਹੋਏ ਤੱਤੀ ਤਵੀ ਦੇ ਉੱਤੇ ਆਸਣ ਲਾਏ ਜੀ ਜੀ ਜੀ। ਅੰਤ ਦੇ ਉੱਤੇ ਪ੍ਰੋਫੈਸਰ ਸਾਹਿਬ ਗੱਲ ਕਰੀਏ ਤਾਂ ਗੁਰੂ ਸਾਹਿਬ ਦੀ ਸਮੁੱਚੇ ਜੀਵਨ ਤੋਂ ਸ਼ਖਸੀਅਤ ਕਿਵੇਂ ਦੀ ਝਲਕਦੀ ਹੈ?
हाँ जी, देखो गुरु अर्जन देव जी महाराज जी की ਜਦੋਂ ਅਸੀਂ ਬਾਣੀ ਦਾ ਅਧਿਐਨ ਕਰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੋਂ ਤੇ ਸਮਾਜ ਨੂੰ ਇਹ ਸੇਧ ਦਿੰਦੇ ਨੇ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ। ਸਾਂਝੀਵਾਲਤਾ ਨੂੰ ਉਹਨਾਂ ਨੇ ਪ੍ਰਮੁੱਖ ਰੱਖਿਆ ਜੀ ਔਰ ਬਾਣੀ ਦੇ ਧਾਰਨੀ ਹੋਣ ਦੀ ਗੱਲ ਕੀਤੀ ਆ ਕਿ ਇੱਕ ਅਕਾਲ ਦੇ ਪੁਜਾਰੀ ਬਣਨਾ ਜੀ। ਤੇ ਦੂਜੀ ਗੱਲ ਕਿ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਣਾ। ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਦੀ ਬਾਣੀ ਦੇ ਵਿੱਚੋਂ ਸ਼ਾਂਤੀ ਦੇ ਪੁੰਜ ਵੀ ਕਿਹਾ ਜਾਂਦਾ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁੰਜ, ਉਹਨਾਂ ਨੂੰ ਇੰਨੀ ਨਿਮਰਤਾ ਸੀ ਉਹਨਾਂ ਦੇ ਵਿੱਚ। ਉਹਨਾਂ ਦੀ ਬਾਣੀ ਦੇ ਵਿੱਚੋਂ ਇੱਕ ਪ੍ਰਤੱਖਾ ਵਾਲਾ ਸਾਨੂੰ ਮਿਲਦਾ, ਉਹ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿਆਈ। ਤੇ ਦੂਜੀ ਗੱਲ ਉਹ ਦੂਜੇ ਸ਼ਬਦ 'ਚ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ ਹੰਸ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ। ਇਹ ਸਾਂਝੀਵਾਲਤਾ ਦਾ ਉਪਦੇਸ਼ ਔਰ ਭਰਾਤਰੀ ਭਾਵ ਜਿਹੜਾ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਕਾਇਮ ਕੀਤਾ। ਪਰ ਅੱਜ ਅਸੀਂ ਦੇਖਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਭਾਵੇਂ ਕਿ ਸਾਡੇ ਗ੍ਰੰਥੀ ਹੋਣ, ਪ੍ਰਚਾਰਕ ਹੋਣ ਜਾਂ ਸਿੱਖ ਸੰਗਤਾਂ ਹੋਣ, ਭਾਵੇਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦਾ ਸੁਖਮਨੀ ਸਾਹਿਬ ਦਾ ਪਾਠ ਨਿਤਾ ਪ੍ਰਤੀ ਕਰਦੀਆਂ ਨੇ, ਪਰ ਆਪਸ ਦੇ ਵਿੱਚ ਜਿਹੜਾ ਅੱਜ ਚਲਣ ਚੱਲ ਰਿਹਾ ਕਿ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਕਰਨੀ, ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪ੍ਰਧਾਨਗੀਆਂ ਦੇ ਖਿਲਾਫ ਪੱਗਾਂ ਵੀ ਲੱਥ ਰਹੀਆਂ ਨੇ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਬਾਣੀ ਦੇ ਸਿਧਾਂਤ ਦੇ ਉਲਟ ਨੇ। ਸੋ ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਉੱਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਜੀ। ਸੋ ਬਿਲਕੁਲ ਇਹ ਸਨ ਪ੍ਰੋਫੈਸਰ ਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਰਾਹੀਂ ਉਹਨਾਂ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਸਾਂਝ ਪਾਈ ਆ। ਸੋ ਅੱਜ ਦੇ ਇਸ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੰਨਾ ਹੀ। ਤੇ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਆ, ਇਸ ਦੀ ਫੀਡਬੈਕ ਸਿੱਖ ਚੈਨਲ ਦੇ ਉੱਤੇ ਜ਼ਰੂਰ ਦੇਣਾ। ਸੋ ਅਸੀਂ ਹਮੇਸ਼ਾ ਹੀ ਇਹ ਯਤਨ ਕਰਦੇ ਹਾਂ ਕਿ ਤੁਹਾਡੇ ਲਈ ਨਵੇਂ ਪ੍ਰੋਗਰਾਮ ਜਿਹੜੇ ਆ ਉਹ ਲੈ ਕੇ ਆਉਂਦੇ ਰਹੀਏ। ਸੋ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।